परम सत्कारयोग साध संगत जी, अपने अपने मन बिरती ਨੂੰ ਇਕਾਗਰ ਕਰ ਲਈਏ ਤੇ ਕੱਜ ਕੇ ਆਖ ਲਈਏ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ਼੍ਰੀ ਸਤਿਗੁਰੂ ਉਦੈ ਸਿੰਘ ਜੀ। ਸਾਧ ਸੰਗਤ ਜੀ, ਅੱਜ ਦਾ ਸਾਖੀ ਦਾ ਸਿਰਲੇਖ ਹੈ, ਔਖੀ ਘੜੀ ਨ ਦੇਖਣ ਦਈ ਆਪਣਾ ਬਿਰਦ ਸੰਭਾਲੇ, हाथ दे राखे अपने को सास सास प्रतिपाले। गुरबाणी दसदी है कि सतगुरु अपने सिख नूं किसी मुसीबत विच पैण तो पहला ही बचा लैंदा है। पटियाले रहन वाले एक बीबी प्रीतम कौर जी ने मुसीबत दे वक्त अकाल पुरख सतगुरु राम सिंह जी नूं याद किता। सतगुरु राम सिंह जी ने किस तरह गुप्त रूप विच उन्हां नूं मुसीबत तो कढिया, ਬੀਬੀ ਜੀ ਦੇ ਲਫ਼ਜ਼ਾਂ ਵਿੱਚ ਹੀ ਸੁਣੋ। ਇਹ ਘਟਨਾ ਲਗਭਗ 1992-93 ਦੀ ਹੈ। ਉਸ ਵੇਲੇ ਅਸੀਂ ਪਟਿਆਲਾ ਮਿਲਟਰੀ ਕੁਆਟਰ ਵਿੱਚ ਰਹਿੰਦੇ ਸੀ। ਮੇਰੇ ਪਤੀ ਨੂੰ ਛੁੱਟੀ ਨਾ ਮਿਲਣ ਕਰਕੇ ਉਹਨਾਂ ਨੇ ਮੇਰੇ ਸਹੁਰੇ ਪਰਿਵਾਰ ਤੇ ਇੱਕ ਜ਼ਰੂਰੀ ਕੰਮ ਲਈ ਮੇਰੇ ਜੇਠ ਨਾਲ ਮੈਨੂੰ ਯੂਪੀ ਭੇਜ ਦਿੱਤਾ। ਸਹੁਰਿਆਂ ਦੇ ਉਸ ਕੰਮ ਤੋਂ ਬਾਅਦ ਮੇਰੇ ਜੇਠ ਨੇ ਅਗਲੇ 3-4 दिन उत्थे किसे होर काम वास्ते रुकना सी। मैं भी अपने पेके रुद्रपुर चली गई। अपने जेठ नाल वापस आउण दी उम्मीद विच मैं अपने पेकियां तो कुछ चौल गुड़ ते कुछ होर समान इकट्ठा कर लिया। रुद्रपुर तो नेड़े ही बिलासपुर एक दुकान वाले सरदार जी नूं असीं आउंदे जांदे अपना सुनेहा दे जांदे सी। मैं भी 3-4 दिन बाद उत्थे गई कि हो सकता है मेरे जेठ ने पंजाब वापस जाण दी कोई तरीक इन्हां नूं दस्सी होवे। करीब 10 वजे दोपहर दे मैं उस दुकान ते पहुंची। अपने समान वाला बोरा भी उत्थे पहुंचा दिता कि जिस दिन वापस जाना होवेगा उत्थों ही चुक लवांगी। दुकान वाले सरदार जी ने मैनू दस्सिया कि एक दिन पहला मेरा जेठ उन्हां नूं सुनेहा दे गया है कि ओह अज शाम दी गड्डी रामपुर तो फड़नगे अते ओह स्टेशन ते मेरा इंतजार करनगे। ਇਹ ਗੱਲ ਸੁਣ ਕੇ मैं बाकी सारे काम छड्ड के वापस रुद्रपुर अपने पेके घर गई ते अपने कपड़ियां वाला बैग लिया। फटाफट रोटी तैयार करवाई ते नाल लिजाण वास्ते बन लई। उत्तों वापस बिलासपुर ਲਈ ਤੁਰ ਪਈ। मैं घरों निकलदियां दीवे बत्ती ਦਾ वक्त हो गया सी। बिलासपुर पहुंचदियां बिल्कुल हनेरा हो गया सी। दिसंबर ਦਾ महीना ਸੀ ਤੇ ठंड भी बहुत सी। दुकान तो बोरा लिया ते बिलासपुर तो रामपुर आउण वाले रस्ते दे पुल ते पहुंच गई। हनेरी रात ठंड ते समान ਦਾ ਭਾਰ ਵੇਖ ਕੇ ਮੈਨੂੰ ਘਬਰਾਹਟ ਹੋ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ। ਜੇਠ ਜੀ ਦੇ ਭਰੋਸੇ ਆਹ ਭਾਰ ਵੀ ਚੁੱਕ ਲਿਆ ਹੈ, ਪਤਾ ਨਹੀਂ ਉਹ ਮਿਲਣਗੇ ਕਿ ਨਹੀਂ। ਮੈਂ ਘਰ ਤੋਂ ਤੁਰਨ ਤੋਂ ਲੈ ਕੇ ਹੀ ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਦਾ ਨਾਮ ਲਈ ਜਾ ਰਹੀ ਸੀ ਕਿ हे ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਹੀ ਮੈਨੂੰ ਘਰ ਤੱਕ ਪਹੁੰਚਾਣਾ ਹੈ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਕੂਕ ਉਸ ਨਾਰਾਇਣ ਤੱਕ ਪਹੁੰਚ ਗਈ ਸੀ। ਮੇਰੇ ਪੁੱਲ ਤੇ ਪਹੁੰਚਦਿਆਂ ਹੀ ਇੱਕ ਟਰੱਕ ਆ ਕੇ ਆਪਣੇ ਆਪ ਹੀ ਮੇਰੇ ਕੋਲ ਰੁਕ ਗਿਆ। ਉਸ ਦੇ ਅੰਦਰੋਂ ਇੱਕ ਸਿੱਖ ਦੀ ਆਵਾਜ਼ ਆਈ ਕਿ ਆਓ ਬੀਬੀ ਜੀ, ਤੁਸੀਂ ਵੀ ਟਰੱਕ ਤੇ ਬੈਠ ਜਾਓ, ਅਸੀਂ ਉੱਥੇ ਹੀ ਜਾਣਾ ਹੈ ਜਿੱਥੇ ਤੁਸੀਂ ਜਾਣਾ ਹੈ। ਸਿੱਖ ਦੇ ਨਾਲ ਇੱਕ ਬੀਬੀ ਵੀ ਬੈਠੀ ਸੀ। ਬੀਬੀ ਨੂੰ ਵੇਖ ਕੇ ਮੈਨੂੰ ਤਸੱਲੀ ਹੋ ਗਈ ਅਤੇ ਮੈਂ ਆਖਿਆ ਕਿ ਮੈਂ ਰਾਮਪੁਰ ਜਾਣਾ ਹੈ। ਸਿੱਖ ਨੇ ਦੱਸਿਆ ਕਿ ਅਸੀਂ ਵੀ ਉੱਥੇ ਹੀ ਜਾਣਾ ਹੈ। ਸਿੱਖ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਖਿੱਚ ਸੀ। ਸਿੱਖ ਇੱਕੋ ਛਾਲ ਮਾਰ ਕੇ ਟਰੱਕ ਤੋਂ ਉਤਰਿਆ ਅਤੇ ਇੱਕੋ ਹੱਥ ਨਾਲ ਚੁੱਕ ਕੇ 50-60 ਕਿਲੋ ਦਾ ਬੋਰਾ ਟਰੱਕ ਦੇ ਪਿੱਛੇ ਰੱਖ ਦਿੱਤਾ ਅਤੇ ਹੱਸ ਕੇ ਬੋਲਿਆ ਕਿ ਵੇਖਿਆ ਜੇ ਬੀਬੀ ਜੀ, ਬੋਰਾ ਕਿਧਰੇ ਰਲ ਨਾ ਜਾਵੇ, ਸਾਡਾ ਬੋਰਾ ਵੀ ਇਹੋ ਜਿਹਾ ਹੀ ਹੈ। ਫਿਰ ਵੀ ਮੈਂ ਟਰੱਕ ਉੱਤੇ ਚੜ ਕੇ ਬੈਠ ਗਈ। ਉਸ ਟਰੱਕ ਉੱਤੇ ਡਰਾਈਵਰ, ਉਹ ਸਿੱਖ, ਇੱਕ ਬੀਬੀ ਅਤੇ 4 ਜਾਣੇ ਸਨ। ਉਹ ਸਿੱਖ ਬਹੁਤ ਲੰਮਾ ਉੱਚਾ ਸੀ। ਠੰਡ ਦੇ ਦਿਨ ਸਨ। ਉਸ ਸਿੱਖ ਨੇ ਲੋਹੇ ਦੀ ਬੁੱਕਲ ਮਾਰੀ ਹੋਈ ਸੀ। ਮੱਥਾ ਤੇ ਮੂੰਹ ਲੋਹੇ ਨਾਲ ਢਕਿਆ ਹੋਇਆ ਸੀ। ਸਿਰਫ ਅੱਖਾਂ ਨਜ਼ਰ ਆ ਰਹੀਆਂ ਸਨ
ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਬੀਬੀ ਦਾ ਕੱਦ ਬੜਾ ਛੋਟਾ ਸੀ ਤੇ ਉਸ ਨੇ ਵੀ ਸ਼ਾਲ ਨਾਲ ਮੂੰਹ ਢੱਕਿਆ ਹੋਇਆ ਸੀ। ਰਾਮਪੁਰ ਸਟੇਸ਼ਨ ਤੋਂ ਬਾਹਰ ਉਤਰ ਕੇ ਸਿੱਖ ਨੇ ਦੋਵੇਂ ਬੋਰੇ ਚੁੱਕ ਲਏ। ਅਜੇ ਵੀ ਮੈਨੂੰ ਉਮੀਦ ਸੀ ਕਿ ਸ਼ਾਇਦ ਮੇਰਾ ਜੇਠ ਸਟੇਸ਼ਨ ਤੇ ਮਿਲ ਪਵੇ। ਮੇਰੇ ਵੱਲ ਵੇਖ ਕੇ ਉਸ ਸਿੱਖ ਨੇ ਕਿਹਾ ਕਿ ਬੀਬੀ ਜੀ, ਜਿਹੜੇ ਸਾਥ ਨੂੰ ਤੁਸੀਂ ਉਡੀਕਦੇ ਹੋ ਉਹ ਜਾ ਚੁੱਕਾ ਹੈ। ਮੈਂ ਮਨ ਵਿੱਚ ਬੜੀ ਹੈਰਾਨ ਹੋਈ ਕਿ ਇਸ ਨੂੰ ਕਿਵੇਂ ਪਤਾ ਹੈ ਕਿ ਮੈਂ ਕਿਸੇ ਸਾਥ ਨੂੰ ਲੱਭ ਰਹੀ ਹਾਂ। ਖੈਰ, ਉੱਥੇ ਵੀ ਮੈਂ ਇੰਨਾ ਗੌਰ ਨਾ ਕੀਤਾ। ਫਿਰ ਉਸ ਸਿੱਖ ਨੇ ਕਿਹਾ ਕਿ ਲਿਆਓ ਬੀਬੀ ਜੀ, ਮੈਂ ਆਪਣੇ ਨਾਲ ਤੁਹਾਡੀ ਟਿਕਟ ਵੀ ਲੈ ਆਵਾਂ। ਮੈਂ ਕੁਝ ਪੈਸੇ ਅਤੇ ਆਪਣੇ ਪਤੀ ਦਾ ਮਿਲਟਰੀ ਕਾਰਡ ਦੇ ਦਿੱਤਾ ਅਤੇ ਦੱਸਿਆ ਕਿ ਇਸ ਕਾਰਡ ਨਾਲ ਟਿਕਟ ਵਿੱਚ ਪੈਸਿਆਂ ਦੀ ਛੋਟ ਮਿਲ ਜਾਵੇਗੀ। ਜਿੱਥੇ ਅਸੀਂ ਖਲੋਤੇ ਸੀ ਉੱਥੇ ਟਿਕਟ ਕਾਊਂਟਰ ਕਾਫੀ ਦੂਰ ਸੀ, ਪਰ ਝਾਟੀ ਉਹ ਸਿੱਖ ਟਿਕਟ ਲੈ ਕੇ ਆ ਗਿਆ ਤੇ ਬਚੇ ਪੈਸੇ ਅਤੇ ਕਾਰਡ ਵਾਪਸ ਕਰ ਦਿੱਤਾ। ਉਦੋਂ ਵੀ ਮੈਂ ਬੜੀ ਹੈਰਾਨ ਹੋਈ ਕਿ ਇੰਨੀ ਜਲਦੀ ਕੋਈ ਟਿਕਟ ਲੈ ਕੇ ਕਿਸ ਤਰ੍ਹਾਂ ਆ ਸਕਦਾ ਹੈ। ਕੁਝ ਦੇਰ ਬਾਅਦ ਅਸੀਂ ਸਾਰੇ ਹਾਵੜਾ ਟ੍ਰੇਨ ਤੇ ਚੜ੍ਹ ਗਏ। ਮੈਨੂੰ ਸੀਟ ਤੇ ਬਿਠਾ ਕੇ ਉਸ ਸਿੱਖ ਨੇ ਆਖਿਆ ਕਿ ਜਦੋਂ ਰਾਜਪੁਰਾ ਆਏਗਾ ਅਸੀਂ ਆਪੇ ਆ ਜਾਵਾਂਗੇ, ਤੁਸੀਂ ਫਿਕਰ ਨਾ ਕਰਿਆ ਜੇ। ਇਹ ਆਖ ਕੇ ਉਹ ਸਿੱਖ ਤੇ ਉਹ ਬੀਬੀ ਵਾਪਸ ਚਲੇ ਗਏ। ਮੈਂ ਸੋਚਿਆ ਕਿ ਸ਼ਾਇਦ ਪਿਛਲੇ ਡੱਬੇ ਵਿੱਚ ਗਏ ਹੋਣਗੇ, ਪਰ ਜਿਸ ਡੱਬੇ ਵਿੱਚ ਮੈਂ ਬੈਠੀ ਸੀ ਉੱਥੇ ਵੀ ਕਾਫੀ ਸੀਟਾਂ ਖਾਲੀ ਸਨ, ਪਰ ਉਹ ਦੋਵੇਂ ਉੱਥੇ ਕਿਉਂ ਨਹੀਂ ਬੈਠੇ। ਹੁਣ ਤੱਕ ਜਿੰਨੀ ਵਾਰੀ ਉਸ ਸਿੱਖ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਹਦੀਆਂ ਅੱਖਾਂ ਵੱਲ ਦੇਖਿਆ ਤੇ ਮੇਰੀ ਆਤਮਾ ਨੂੰ ਇੱਕ ਅਜੀਬ ਜਿਹੀ ਖਿੱਚ ਹੋਈ। ਆਵਾਜ਼ ਵੀ ਬੜੀ ਮਨਮੋਹਕ ਤੇ ਅੱਖਾਂ ਵੀ ਕਮਲ ਦੀਆਂ ਪੰਖੜੀਆਂ ਵਰਗੀਆਂ। ਕੱਦ ਵੀ ਬਹੁਤ ਉੱਚਾ ਲੰਮਾ, ਦੋਹਾਂ ਬੋਰਿਆਂ ਨੂੰ ਤੇ ਇਸ ਤਰ੍ਹਾਂ ਚੁੱਕ ਲੈਂਦਾ ਸੀ ਕਿ ਜਿਵੇਂ ਗੇਂਦ ਹੋਵੇ। ਸ਼ੁਰੂ ਤੋਂ ਲੈ ਕੇ ਪੂਰੇ ਸਫ਼ਰ ਵਿੱਚ ਉਹ ਬੀਬੀ ਚੁੱਪ ਰਹੀ। ਉਹਦੀ ਆਵਾਜ਼ ਮੈਂ ਨਹੀਂ ਸੁਣੀ। ਅੱਖਾਂ ਉਹਦੀਆਂ ਵੀ ਬੜੀਆਂ ਸੋਹਣੀਆਂ ਸੀ। ਸਵੇਰੇ 4:30 ਵਜੇ ਜਦੋਂ ਰਾਜਪੁਰਾ ਆਇਆ ਤਾਂ ਉਹ ਦੋਵੇਂ ਜਾਣੇ ਪਤਾ ਨਹੀਂ ਕਿਹੜੇ ਪਾਸਿਓਂ ਆ ਕੇ ਮੇਰੇ ਕੋਲ ਖਲੋ ਗਏ ਅਤੇ ਆਖਣ ਲੱਗੇ ਕਿ ਬੀਬੀ ਜੀ, ਰਾਜਪੁਰਾ ਆ ਗਿਆ ਹੈ। ਉਹਨਾਂ ਨੇ ਬੋਰਾ ਚੁੱਕ ਲਿਆ ਅਤੇ ਗੱਡੀ ਤੋਂ ਉਤਰ ਕੇ ਸਟੇਸ਼ਨ ਤੋਂ ਬਾਹਰ ਆ ਗਏ। ਸਵੇਰੇ 4:30 ਵਜੇ ਦਾ ਵਕਤ ਸੀ। ਹਨੇਰਾ ਕਾਫੀ ਸੀ। ਬੱਸਾਂ ਚੱਲਣ ਵਿੱਚ ਅਜੇ ਕੁਝ ਸਮਾਂ ਸੀ। ਇੰਨੇ ਨੂੰ ਕੁਝ ਮਿੰਟਾਂ ਵਿੱਚ ਇੱਕ ਪ੍ਰੈਸ ਦੀ ਗੱਡੀ ਆ ਗਈ। ਉਸ ਗੱਡੀ ਦਾ ਡਰਾਈਵਰ ਪਟਿਆਲਾ ਆਵਾਜ਼ਾਂ ਮਾਰਨ ਲੱਗ ਪਿਆ। ਪ੍ਰੈਸ ਦੀ ਗੱਡੀ ਤੇ ਵੀ ਇੱਕ ਬੀਬੀ ਬੈਠੀ ਸੀ ਤੇ ਹੋਰ 3-4 ਆਦਮੀ ਸਨ। ਉਸ ਸਿੱਖ ਨੇ ਕਿਹਾ ਕਿ ਬੀਬੀ ਜੀ, ਤੁਸੀਂ ਇਸ ਗੱਡੀ ਤੇ ਬੈਠ ਜਾਓ, ਤੁਹਾਨੂੰ ਪਟਿਆਲੇ ਪਹੁੰਚਾ ਦੇਵੇਗੀ। ਮੈਂ ਵੀ ਗੱਡੀ ਤੇ ਚੜ੍ਹ ਗਈ ਤੇ ਸੀਟ ਤੇ ਬੈਠ ਗਈ। ਉਹ ਸਿੱਖ ਤੇ ਬੀਬੀ ਗੱਡੀ ਤੋਂ ਬਾਹਰ ਹੀ ਮੇਰੀ ਸੀਟ ਦੇ ਨਾਲ ਬਾਰੀ ਕੋਲ ਹੀ ਖਲੋਤੇ ਸੀ। ਉਸ ਸਿੱਖ ਨੇ ਮੈਨੂੰ ਪੁੱਛਿਆ ਕਿ ਬੀਬੀ ਜੀ, ਹੁਣ ਤੁਸੀਂ ਸੁਰੱਖਿਅਤ ਹੋ? ਮੈਂ ਜਵਾਬ ਦਿੱਤਾ ਕਿ ਹਾਂ, ਮੈਂ ਸੁਰੱਖਿਅਤ ਹਾਂ। ਮੈਂ ਆਪਣਾ ਸ਼ਾਲ ਠੀਕ ਕੀਤਾ ਤੇ ਧੰਨਵਾਦ ਕਰਨ ਲਈ ਹੱਥ ਜੋੜ ਕੇ ਬਾਹਰ ਵੇਖਿਆ, ਪਰ ਉੱਥੇ ਕੋਈ ਵੀ ਨਹੀਂ ਸੀ। ਮੈਂ ਹੈਰਾਨ ਰਹਿ ਗਈ ਕਿ 2 ਸਕਿੰਟਾਂ ਵਿੱਚ ਉਹ ਕਿੱਥੇ ਗਏ। ਮੈਂ ਬਾਰੀ ਤੋਂ ਬਾਹਰ ਸਾਰੇ ਪਾਸੇ ਵੇਖਿਆ, ਪਰ ਸਾਰੀ ਸੜਕ ਸੁਨਸਾਨ ਸੀ। ਸਾਰੀਆਂ ਦੁਕਾਨਾਂ ਬੰਦ ਸਨ। ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਇੰਨੀ ਜਲਦੀ ਤੇ ਕੋਈ ਬਹੁਤ ਦੂਰ ਤੇ ਜਾ ਨਹੀਂ ਸਕਦਾ। ਫਿਰ ਉਹ ਦੋਵੇਂ ਜਣੇ ਕਿੱਥੇ ਗਏ? ਇੰਨੀ ਦੇਰ ਨੂੰ ਬੱਸ ਵੀ ਚੱਲ ਪਈ। ਫਿਰ ਮੈਨੂੰ ਸਮਝ ਆਈ ਕਿ ਇਹ ਤੇ ਸਤਿਗੁਰੂ ਰਾਮ ਸਿੰਘ ਜੀ ਆਪ ਹੀ ਸਨ, ਜਿਹੜੇ ਮੈਨੂੰ ਪਟਿਆਲੇ ਵਾਲੀ ਬੱਸ ਤੇ ਬਿਠਾ ਕੇ ਅਤੇ ਪੁੱਛ ਕੇ ਕਿ ਮੈਂ ਹੁਣ ਸੁਰੱਖਿਅਤ ਮਹਿਸੂਸ ਕਰ ਰਹੀ ਹਾਂ, ਆਪ ਅਲੋਪ ਹੋ ਗਏ ਹਨ। ਮੇਰੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ ਕਿ ਆਪ ਨਾਰਾਇਣ ਮੇਰਾ ਬੋਰਾ ਚੁੱਕਣ ਆ ਗਿਆ। ਅਸੀਂ ਕਿੱਥੇ ਉਹਨੂੰ ਬੁਲਾ ਲੈਂਦੇ ਹਾਂ। ਨਾਮਦੇਵ ਨੇ ਤੇ ਸੁਆਮੀ ਦੇ ਮਿੱਠੇ ਬੋਲ ਪਛਾਣ ਲਏ ਸਨ, ਪਰ ਮੈਂ ਮੂਰਖ ਨਾ ਪਛਾਣ ਸਕੀ। ਮੇਰੇ ਕਰਮ ਇੰਨੇ ਨਹੀਂ ਸਨ ਕਿ ਉਹਨੂੰ ਪਛਾਣ ਲੈਂਦੀ। ਕਈ ਵਾਰੀ ਉਹਨੂੰ ਵੇਖ ਕੇ ਮਨ ਵਿੱਚ ਹੈਰਾਨੀ ਹੋਈ ਸੀ। ਉਹਦੀ ਮਿੱਠੀ ਆਵਾਜ਼ ਜਿਹੜੀ ਸਿੱਧੀ ਅੰਦਰ ਆਤਮਾ ਤੱਕ ਜਾਂਦੀ ਸੀ, ਅੱਖਾਂ ਵੀ ਅਜੀਬ ਚਮਕ ਵਾਲੀਆਂ। ਉਹਨੇ ਆਪਣੇ ਆਪ ਕਈ ਗੱਲਾਂ ਪੁੱਛੀਆਂ ਕਿ ਜਿੱਥੇ ਤੁਸੀਂ ਜਾਣਾ ਹੈ
ਅਸੀਂ ਵੀ ਉੱਥੇ ਜਾਣਾ ਹੈ। ਫਿਰ ਜਿਹੜੇ ਸਾਥ ਨੂੰ ਤੁਸੀਂ ਉਡੀਕਦੇ ਹੋ ਉਹ ਲੰਘ ਗਿਆ ਹੈ। ਇੰਨੀ ਦੂਰ ਜਾ ਕੇ ਇੰਨੀ ਛੇਤੀ ਟਿਕਟ ਲੈ ਆਉਣੀ, ਇੰਨੀ ਦੂਰ ਤੋਂ ਤੇਜ਼ ਟੁਰਨ ਵਾਲਾ ਬੰਦਾ ਵੀ ਇੰਨੀ ਛੇਤੀ ਨਹੀਂ ਪਹੁੰਚ ਸਕਦਾ। ਫਿਰ ਤਿੱਲੇ ਦੀ ਤਰ੍ਹਾਂ 50-50 ਕਿਲੋ ਦੇ 2-2 ਬੋਰੇ ਇੱਕ ਹੱਥ ਨਾਲ ਚੁੱਕ ਲੈਣੇ। ਫਿਰ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਭੇਤ ਪਤਾ ਲੱਗਾ। ਆਪਣੇ ਘਰ ਪਹੁੰਚਣ ਤੋਂ ਅੱਧੇ ਕੁ ਘੰਟੇ ਬਾਅਦ ਮੇਰਾ ਜੇਠ ਵੀ ਪਹੁੰਚ ਗਿਆ। ਉਸਨੇ ਦੱਸਿਆ ਕਿ ਉਹ ਦੁਪਹਿਰ 3:30 ਵਜੇ ਵਾਲੀ ਸਮਾਲਖਾ ਟ੍ਰੇਨ ਤੇ ਹੀ ਚੜ੍ਹ ਗਏ ਸਨ। ਉਸ ਸਿੱਖ ਰੂਪੀ ਸਤਿਗੁਰੂ ਜੀ ਨੇ ਤੇ ਪਹਿਲਾਂ ਹੀ ਦੱਸ ਦਿੱਤਾ ਕਿ ਜਿਹੜੇ ਸਾਥ ਨੂੰ ਤੁਸੀਂ ਉਡੀਕਦੇ ਹੋ ਉਹ ਤੇ ਲੰਘ ਗਿਆ ਹੈ। ਮੈਂ ਮਨ ਹੀ ਮਨ ਵਿੱਚ ਖੁਸ਼ ਹੋਈ ਜਾ ਰਹੀ ਸੀ ਕਿ ਮੇਰਾ ਸਤਿਗੁਰ ਮੈਨੂੰ ਆਪ ਘਰ ਤੱਕ ਛੱਡ ਕੇ ਗਿਆ ਹੈ। ਮੈਂ ਇਹ ਹੀ ਕਹੀ ਜਾ ਰਹੀ ਸੀ ਕਿ ਧੰਨ ਧੰਨ ਹਨ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਰਾਮ ਸਿੰਘ ਜੀ ਅਤੇ ਪਹਿਰੇ ਦੇ ਮਾਲਕ ਸਤਿਗੁਰੂ ਰਾਮ ਸਿੰਘ ਜੀ ਦਾ ਹੀ ਰੂਪ ਸਤਿਗੁਰੂ ਜਗਜੀਤ ਸਿੰਘ ਜੀ, ਜਿਹੜਾ ਕਦੀ ਆਪ ਤੇ ਕਦੀ ਚੀਨੀ ਵਾਲਾ ਬਣ ਕੇ ਸਾਡੇ ਕੰਮ ਸਵਾਰਦਾ ਹੈ। ਸਾਰੀ ਦੁਨੀਆ ਨੂੰ ਛੱਲਣ ਵਾਲਾ ਭਗਵਾਨ ਬੀਬੀ ਜੀ ਨੂੰ ਵੀ ਛੱਲ ਗਿਆ। ਗੁਰੂ ਗੋਬਿੰਦ ਸਿੰਘ ਜੀ ਦਸ਼ਮ ਗ੍ਰੰਥ ਵਿੱਚ ਲਿਖਦੇ ਹਨ, ਸਭ ਹੀ ਛਲਤ ਨ ਆਪ ਛਲਾਇਆ, ਤਾਤੇ ਛਲਿਆ ਰਾਮ ਕਹਾਇਆ। ਮੈਂ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਇੱਕ ਬਚਨ ਸੁਣਿਆ ਸੀ ਕਿ ਜੇ ਕਿਸੇ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਵੇ ਤਾਂ ਸਾਰੀ ਉਮਰ ਉਸ ਦੀ ਮਸਤੀ ਨਹੀਂ ਉਤਰਦੀ। ਬੀਬੀ ਪ੍ਰੀਤਮ ਕੌਰ ਜੀ ਵੱਡੇ ਭਾਗਾਂ ਵਾਲੇ ਹਨ। ਸਤਿਗੁਰੂ ਰਾਮ ਸਿੰਘ ਜੀ ਆਪ ਆ ਕੇ ਉਹਨਾਂ ਦੀ ਰੱਖਿਆ ਕਰਦੇ ਹਨ। ਇੱਕ ਕਵੀ ਲਿਖਦਾ ਹੈ, ਰਾਮ ਕਹੇ ਚਿਤ ਥਿਤ ਹੋਏ, ਸਿੰਘ ਕਹੇ ਪਹਿਹਾਨ, ਤਾਤੇ ਮਿਤ ਨਿਤ ਮੰਤ ਜਪ, ਸਤਿਗੁਰ ਰਾਮ ਸਿੰਘ ਭਗਵਾਨ। ਐਸੇ ਭਗਤ ਵਚਲ ਦਇਆ ਦੇ ਸਾਗਰ, ਦੀਨ ਦੁਖੀਆਂ ਦੇ ਸਹਾਰੇ ਭਗਵਾਨ ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੇ ਹੀ ਸਰੂਪ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਕੋਟੀ ਕੋਟੀ ਨਮਸਕਾਰ ਹੈ। ਸਤਿ ਸ਼੍ਰੀ ਅਕਾਲ।